ਸ੍ਰੀ ਅਕਾਲ। ਇਹਨਾਂ ਦੀਆਂ ਫੋਟੋਆਂ ਤੋਂ ਡਰੀ ਜਾਂਦੇ ਹੋ। ਸੋ ਪਹਿਲਾਂ ਬਾਦਲ ਸਾਹਿਬ ਹੈ, ਉੱਥੇ ਸੁਖਬੀਰ ਸਿੰਘ ਹੈ, ਬੀਬੀ ਮਾਇਆਵਤੀ ਹੈ, ਉਹ ਦੇਖੋ ਉਹਦਾ ਸਿਰ ਥੋੜਾ ਜਿਹਾ ਮੁੰਨਿਆ ਹੋਇਆ। ਇਸ ਸਮੇਂ ਤੋਂ ਉਹ ਪਾਰਟੀ ਨਾਲ ਜੁੜੇ ਹੋਏ ਬੋਲੇ ਕੋ ਨਿਹਾਲ ਆਪਾਂ ਅਣਭੋਲ ਨਹੀਂ ਹੈਗੇ, ਪਰ ਅਸੀਂ ਉਦੋਂ ਦੂਜੇ ਦਿਨ ਨੂੰ ਬਹੁਤ ਜਾਂ ਭਾਰਤੀ ਜਨਤਾ ਪਾਰਟੀ 'ਚ ਹੋ ਜਾਂਦੇ ਨੇ। ਬੋਲੇ ਸਤਿ ਸ੍ਰੀ ਅਕਾਲ। ਹਲਕਾ ਅਮਰਗੜ੍ਹ ਤੋਂ ਤੁਸੀਂ ਇਸ ਵਾਰ ਇਲੈਕਸ਼ਨ ਲੜ ਰਹੇ ਹੋ, ਕਿਸ ਤਰ੍ਹਾਂ ਦਾ ਜਿਹੜਾ ਹੈਗਾ ਲੋਕਾਂ ਦੇ ਵਿੱਚ ਉਤਸ਼ਾਹ ਔਰ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਲੋਕਾਂ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਤੁਸੀਂ ਮੇਰੇ ਕੋਲੇ ਕੋਈ ਗਨਮੈਨ ਨਹੀਂ ਦੇਖੋਗੇ, ਕੋਈ ਸਿਕਿਉਰਿਟੀ ਨਹੀਂ ਦੇਖੋਗੇ। ਲੋਕ ਹਮੇਸ਼ਾ ਆ ਕੇ ਮੇਰੀ ਗੱਲ ਸੁਣਦੇ ਆ, ਮੈਨੂੰ ਪਿਆਰ ਕਰਦੇ ਆ, ਪਰ ਵੋਟ ਨਹੀਂ ਪਾਉਂਦੇ। ਹੁਣ ਮੈਂ ਤੁਹਾਨੂੰ ਕਿਵੇਂ ਦੱਸ ਸਕਦਾ? ਤੁਸੀਂ ਸਾਰਾ ਕੁਝ ਅੱਜ ਦੇਖਿਆ ਕਿ ਸਾਰਿਆਂ ਨੇ ਪਿਆਰ ਕੀਤਾ, ਕਿਸੇ ਨੇ ਮਾੜਾ ਨਹੀਂ ਕਿਹਾ, ਸਾਰਿਆਂ ਨੇ ਨੇੜੇ ਲੱਗਦੇ ਆ। ਪਰ ਹੁਣ ਗੱਲ ਹੈ, ਵੋਟ ਪਾਉਣਗੇ, ਬਟਨ ਨੱਪਣਗੇ, ਉਹ ਦੱਸ ਸਕਦਾ। ਅਤੇ ਦੂਸਰੀ ਚੀਜ਼ ਹੈ ਜਿਹੜੀ EVM ਮਸ਼ੀਨ ਹੈ, ਇਹ ਅਸੀਂ ਸ਼ੱਕ ਕਰਦੇ ਹਾਂ ਕਿ ਇਹਦੇ ਵਿੱਚ ਹੇਰਾਫੇਰੀ ਹੁੰਦੀ ਹੈ। ਜੇ ਸੈਂਟਰ ਦੀ ਸਰਕਾਰ EVM ਮਸ਼ੀਨਾਂ ਦੇ ਵਿੱਚ ਹੇਰਾਫੇਰੀ ਨਹੀਂ ਕਰੂ, ਸਾਡੀ ਪਾਰਟੀ ਦੇ ਨਤੀਜੇ ਬਹੁਤ ਅੱਛੇ ਨਿਕਲਣਗੇ, ਕਿਉਂਕਿ ਅਸੀਂ ਜਮਹੂਰੀਅਤ ਪਸੰਦ ਹੈਗੇ ਹਾਂ ਅਤੇ ਡੈਮੋਕ੍ਰੈਟਿਕਲੀ ਅਸੀਂ ਹਰੇਕ ਇਲੈਕਸ਼ਨ ਦੇ ਵਿੱਚ ਹਿੱਸਾ ਲਿਆ। ਸੋ ਇਹ ਗੱਲ ਹੈ ਕਿ ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ UN ਤੋਂ, ਯੂਰਪੀਅਨ ਕਮਿਸ਼ਨ ਤੋਂ, ਹੋਰ ਮੁਲਕਾਂ ਤੋਂ ਇੰਡੀਪੈਂਡੈਂਟ ਅਬਜ਼ਰਵਰ ਆਉਣ, ਜਿਹੜੇ ਇਹ ਇਲੈਕਸ਼ਨ ਨੂੰ ਦੇਖ ਸਕਣ ਕਿ ਇਹ ਫੇਅਰ ਐਂਡ ਫਰੀ ਹੋਏ ਹੈ ਕਿ ਨਹੀਂ। ਕਿਉਂ ਕਰਕੇ 5 ਤਰੀਕ ਨੂੰ ਮੋਦੀ ਸਾਹਿਬ ਆਏ ਸੀਗੇ ਫਿਰੋਜ਼ਪੁਰ, ਪ੍ਰਾਈਮ ਮਿਨਿਸਟਰ, ਅਤੇ ਉਹਨਾਂ ਨੇ ਇਲਜ਼ਾਮ ਲਾਇਆ ਸੀਗਾ ਕਿ ਮੇਰੀ ਜਾਨ ਨੂੰ ਖਤਰਾ ਪੈ ਗਿਆ, ਜਿਹਦਾ ਮਤਲਬ ਹੈ ਕਿ ਉਹਨਾਂ ਨੂੰ ਖਤਰਾ ਸੀਗਾ ਸਿੱਖਾਂ 'ਤੇ। ਅਤੇ ਫਿਰ ਇਲੈਕਸ਼ਨ ਕਮਿਸ਼ਨ ਅਤੇ ਸਾਰੀ ਮਸ਼ੀਨਰੀ ਸਿੱਖਾਂ ਦੇ ਵੋਟਿੰਗ ਪੈਟਰਨ ਦੇ ਉੱਤੇ ਵੀ ਨੁਕਸਾਨ ਕਰ ਸਕਦੀ ਹੈ, ਅਤੇ ਇੰਟਰਨੈਸ਼ਨਲ ਅਬਜ਼ਰਵਰਸ ਹੋਣੇ ਚਾਹੀਦੇ ਹੈ। ਅਤੇ ਇੰਟਰਨੈਸ਼ਨਲ ਅਬਜ਼ਰਵਰਸ ਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਕਿ EVM ਮਸ਼ੀਨਾਂ ਠੀਕ ਰਿਜ਼ਲਟ ਕੱਢ ਰਹੀਆਂ, ਕਿ ਇਹਨਾਂ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਤਾਂ ਨਹੀਂ ਪਾਈ ਕਿ ਸਾਡੀ ਅਕਾਲੀ ਦਲ ਅੰਮ੍ਰਿਤਸਰ ਦੀ ਵੋਟ ਹੋਰ ਕਿਸੇ ਪਾਸੇ ਨੂੰ ਟਰਾਂਸਫਰ EVM ਕਰ ਰਿਹਾ ਹੈ। ਮਾਨ ਸਾਹਿਬ, ਕੁਝ ਲੋਕ ਕਹਿੰਦੇ ਨੇ ਕਿ ਜੇ ਮਾਨ ਸਾਹਿਬ ਜਿੱਤ ਗਏ ਤਾਂ ਹਿੰਦੂਆਂ ਨੂੰ ਖਤਰਾ, ਤੁਹਾਡੀ ਸੋਚ ਤੋਂ ਕੀ ਕਹਿਣਾ? ਨਹੀਂ, ਹਿੰਦੂ ਤਾਂ ਸਾਡੇ ਭਰਾ ਨੇ। ਅਸੀਂ ਦੇਖੋ, ਸਿੱਖਾਂ ਦੇ ਰੰਗ ਨਾ ਕਤਲੇਆਮ ਅਤੇ ਨਸਲਕੁਸ਼ੀ ਦੇ ਨਾਲ ਇਤਿਹਾਸ ਦੇ ਵਿੱਚ ਰੰਗੇ ਨਹੀਂ ਗਏ। ਮੁਸਲਮਾਨਾਂ ਦਾ ਰਾਜ ਰਿਹਾ, ਈਸਾਈਆਂ ਦਾ ਰਾਜ ਰਿਹਾ, ਅਤੇ ਹੁਣ ਹਿੰਦੂਆਂ ਦਾ ਰਾਜ ਰਿਹਾ। ਇਹਨਾਂ ਰਾਜਾਂ ਦੇ ਵਿੱਚ ਘੱਟ ਗਿਣਤੀਆਂ ਦੀਆਂ ਨਸਲਕੁਸ਼ੀਆਂ ਹੋਈਆਂ, ਕਤਲੇਆਮ ਹੋਏ ਹੈ, ਅਤੇ ਰਾਜੀਵ ਗਾਂਧੀ ਨੇ ਕਤਲੇਆਮ ਸਿੱਖਾਂ ਦੀ ਕਰਾਈ, ਇੰਦਰਾ ਗਾਂਧੀ ਨੇ ਕਰਾਈ, ਫਿਰ ਮੋਦੀ ਸਾਹਿਬ ਨੇ 2002 ਦੇ ਵਿੱਚ ਮੁਸਲਮਾਨਾਂ ਦੀ ਕਤਲੇਆਮ ਕਰਾਤੀ। ਫਿਰ 2013 'ਚ ਜਦੋਂ ਚੀਫ ਮਿਨਿਸਟਰ ਗੁਜਰਾਤ ਦੇ ਸੀ, 60,000 ਸਿੱਖ ਕਿਸਾਨਾਂ ਦੇ ਜ਼ਮੀਨਾਂ ਜਾਇਦਾਦਾਂ ਉਹਨਾਂ ਨੇ ਜ਼ਬਤ ਕਰ ਲਈਆਂ। ਉਹਨਾਂ ਦੇ ਰੰਗ ਖੂਨ ਨਾਲ ਰੰਗੇ ਹੋਏ ਹੈ। ਤੁਸੀਂ ਮੇਰੇ ਦੇਖ ਲਓ, ਇਹ ਸਾਫ ਸੁਥਰੇ ਹੈ, ਇਹਨਾਂ ਨੂੰ ਨਾ ਕਦੇ ਖੂਨ ਲੱਗਿਆ, ਨਾ ਮਹਾਰਾਜ ਕਿਰਪਾ ਕਰਨ ਕਿ ਇਹਨਾਂ ਨੂੰ ਖੂਨ ਲੱਗੇ। ਹਿੰਦੂ, ਮੁਸਲਮਾਨ, ਈਸਾਈ, ਜੈਨ, ਰੰਗਰੇਟੇ ਸਿੱਖ ਬਿਲਕੁਲ ਸਾਡੇ ਨਾਲ ਹਿਫਾਜ਼ਤ ਦੇ ਨਾਲ ਰਹਿਣਗੇ, ਕੋਈ ਉਹਨਾਂ ਨੂੰ ਤਕਲੀਫ ਨਹੀਂ। ਉਹਨਾਂ ਨੂੰ ਆਪਣਾ ਪਾਲਾ ਨਾ ਮਾਰਦਾ ਹੋਏ ਜਿਹੜੇ ਇਹ ਕਹਿੰਦੇ ਆ ਕਿ ਮਾਣ। ਹੁਣ ਦੇਖੋ, ਉਹਨਾਂ ਦਾ ਸਾਰਾ ਹਿੰਦੁਸਤਾਨ ਦੇ ਮਾਲਕ ਹੈਗੇ ਹੈ, ਫੌਜ ਉਹਨਾਂ ਦੇ ਕੋਲੇ ਹੈ, ਪੁਲਿਸ ਉਹਨਾਂ ਕੋਲੇ ਹੈ, ਅਦਾਲਤਾਂ, ਸੁਪਰੀਮ ਕੋਰਟ ਉਹਨਾਂ ਕੋਲੇ ਹੈ,
ਪਾਰਲੀਮੈਂਟ ਉਹਨਾਂ ਕੋਲੇ ਹੈ, ਸਾਰੇ ਗਵਰਨਰ ਉਹਨਾਂ ਦੇ ਲੱਗੇ ਹੋਏ ਹੈ, ਸਾਰੇ ਚੀਫ ਮਿਨਿਸਟਰ ਉਹਨਾਂ ਦੇ ਹੈਗੇ ਆ ਸਿਵਾਏ ਪੰਜਾਬ ਦੇ। ਤੇ ਫਿਰ ਐਵੇਂ ਸਿੱਖਾਂ ਤੋਂ ਡਰੀ ਜਾਣਾ, ਇਹ ਉਹੀ ਗੱਲ ਹੈਗੀ ਹੈ ਕਿ ਇੱਕ ਕਿਸਾਨ ਨੂੰ ਬਾਣੀਏ ਨੇ ਨੱਪ ਲਿਆ ਸੀਗਾ ਤੇ ਉੱਤੇ ਪਿਆ ਰੋਈ ਜੇ। ਲੋਕਾਂ ਨੇ ਪੁੱਛਿਆ ਤੂੰ ਕਿਉਂ ਰੋਂਦਾ ਹੈ? ਕਹਿੰਦਾ ਜੇ ਜ਼ਿਮੀਂਦਾਰ ਉੱਠ ਪਿਆ ਫਿਰ ਮੈਨੂੰ ਕੁੱਟੂਗਾ। ਹੁਣ ਆਹ ਗੱਲ ਹੈ, ਜੇ ਇਹੋ ਜਿਹਾ ਡਰ ਹੈਗਾ ਤਾਂ ਅਸੀਂ ਬਾਰਡਰ ਦੇ ਰਖਵਾਲੇ ਹੈ, ਸਾਡੇ ਹੁੰਦਿਆਂ ਕੋਈ ਇਹੋ ਜਿਹੀ ਗੜਬੜ ਨਹੀਂ ਹੋਈ। ਤੇ 1947 ਤੋਂ ਬਾਅਦ ਹਿੰਦੁਤਵਾ ਰਾਜ ਨੇ 1962 ਦੇ ਵਿੱਚ 40,000 ਸਕੁਅਰ ਕਿਲੋਮੀਟਰ ਚੀਨ ਨੂੰ ਲਟਾਤੇ ਹੈ। ਤੇ 2020 ਦੇ ਵਿੱਚ ਮੋਦੀ ਦੀ ਹਕੂਮਤ ਨੇ 900 ਸਕੁਅਰ ਕਿਲੋਮੀਟਰ ਫਿਰ ਚੀਨ ਨੂੰ ਲਟਾਤੇ ਹੈ। ਇਹ ਆਪਣੀ ਗੱਲ ਦੱਸਣ ਸਾਨੂੰ ਕਿ ਤੁਸੀਂ ਇੰਡੀਆ ਨੂੰ ਇੱਕ ਕਿਵੇਂ ਰੱਖ ਸਕੋਗੇ, ਘੱਟ ਗਿਣਤੀਆਂ ਦੇ ਨਾਲ ਕਿਹੋ ਜਿਹਾ ਵਰਤਾਓ ਕਰੋਗੇ। ਜਿਹੜੇ ਕਿਸਾਨਾਂ ਦੇ ਖਿਲਾਫ ਕਾਲੇ ਕਾਨੂੰਨ ਪਾਸ ਕਰਤੇ, ਘੱਟ ਗਿਣਤੀਆਂ ਦੇ ਖਿਲਾਫ CAA ਵਗੈਰਾ, ਐਫਸਪਾ ਜਿਹੜਾ ਕਸ਼ਮੀਰ ਦੇ ਵਿੱਚ ਕਾਨੂੰਨ ਹੈ ਕਿ ਪੁਲਿਸ ਤੇ ਫੌਜ ਕਿਸੇ ਨੂੰ ਵੀ ਮਾਰ ਸਕਦੀ ਹੈ, ਕਿਸੇ ਦੀ FIR ਨਹੀਂ ਦਰਜ ਹੋਊਗੀ। ਤੇ ਸੁਪਰੀਮ ਕੋਰਟ ਜਿਹੜੀ ਰਖਵਾਲੀ ਹੈ ਸੰਵਿਧਾਨ ਦੀ, ਉਹ ਕੀ ਕਰ ਰਹੀ ਹੈ ਕਿ ਜਦੋਂ ਫੌਜ ਨੂੰ ਕਸ਼ਮੀਰ ਦੇ ਵਿੱਚ ਖੁੱਲ੍ਹੀ ਛੁੱਟੀ ਦਿੱਤੀ ਹੈ ਕਿ ਕਿਸੇ 'ਤੇ ਜ਼ਬਰ ਜਨਾਹ ਕਰਾ ਦਿਓ, ਕਿਸੇ ਨੂੰ ਮਾਰ ਦਿਓ, ਕਿਸੇ ਨੂੰ ਲੁੱਟ ਲਓ, ਤੇ ਕੇਸ ਸੁਣੇ ਨਹੀਂ ਜਾ ਸਕਦਾ। ਸੋ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਆਪਣਾ ਕੰਮ ਨਹੀਂ ਕਰ ਰਹੀਆਂ ਤੇ ਇਹਨਾਂ ਨੂੰ ਆਪਣਾ ਪਾਲਾ ਮਾਰਦਾ ਹੈ। ਸਾਡੇ ਵੱਲੋਂ ਤਾਂ ਅਸੀਂ ਇਹਨਾਂ ਨੂੰ ਪਿਆਰ ਕਰਦੇ ਹਾਂ, ਇਹਨਾਂ ਨਾਲ ਰਹਿੰਦੇ ਹਾਂ, ਇਹਨਾਂ ਨਾਲ ਸਾਰਾ ਕੁਝ ਕਰਦੇ ਹੈ। ਹੁਣ ਇੰਨੇ 17 ਸਾਲ ਮੈਂ IPS ਦੀ ਨੌਕਰੀ ਕੀਤੀ ਹੈ, ਫਿਰ ਇੰਨੇ ਸਾਲ ਮੈਂ MP ਰਿਹਾ। ਕੋਈ ਵੀ ਹਿੰਦੂ ਜਾਂ ਕੋਈ ਕਹਿ ਦੇ ਕਿ ਇਸ ਨੇ ਸਾਡੇ ਖਿਲਾਫ ਕੋਈ ਇਹੋ ਜਿਹਾ ਕੰਮ ਕੀਤਾ ਹੈ ਜਿਹਦੇ ਨਾਲ ਸਾਨੂੰ ਸ਼ੱਕ ਹੋਵੇ ਕਿ ਜੇ ਫਿਰ ਉੱਠ ਪਿਆ ਫਿਰ ਸਾਡੇ ਉੱਤੇ ਖਰਾਬੀ ਜਾਂ ਜ਼ੁਲਮ ਕਰੂਗਾ, ਇਹੋ ਜਿਹੀ ਗੱਲ ਕੋਈ ਨਹੀਂ। ਇਹ ਤਾਂ ਐਵੇਂ ਵਹਿਮ ਹੈ ਇਹਨਾਂ ਦੇ। ਮਾਨ ਸਾਹਿਬ, ਇੱਕ ਤੁਸੀਂ ਆਪਣੀ ਸਪੀਚ ਦੇ ਵਿੱਚ ਕਹਿੰਦੇ ਹੋ ਕਿ ਅੱਜ ਉਹ ਲੋਕ ਫਿਰ ਵੋਟਾਂ ਮੰਗਦੇ ਨੇ ਜਿਹੜੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਹੱਥ ਖੜੇ ਕਰਕੇ ਨਿਕਲੇ। ਹਾਂ, ਉਹੀ ਲੋਕ ਨੇ। ਹੁਣ ਬਾਦਲ, ਟੌੜਾ ਸਾਹਿਬ, ਰਵਿੰਦਰ ਸਾਹਿਬ, ਫਿਰ ਚੰਦੂਮਾਜਰਾ ਸਾਹਿਬ, ਰਾਮੂ ਵਾਲੀਆ ਸਾਹਿਬ, ਇਹ ਸਾਰੇ ਇੰਦਰਾ ਗਾਂਧੀ ਕੋਲੇ ਬਾਦਲ ਹੋਣੀ ਗਏ ਸੀਗੇ ਕਿ ਇੱਕ ਵਾਰੀ ਤੁਸੀਂ ਫੌਜ ਲਾ ਦਿਓ ਦਰਬਾਰ ਸਾਹਿਬ ਦੇ ਬਾਹਰ ਤੇ ਸੰਤ ਤਾਂ ਹੱਥ ਖੜੇ ਕਰਕੇ ਬਾਹਰ ਆ ਜਾਣਗੇ। ਪਰ ਮੇਰਾ ਮਤਲਬ ਉਹ ਸੰਤ ਜਰਨੈਲ ਸਿੰਘ ਨੇ 72 ਘੰਟੇ 3 ਦੁਨੀਆ ਦੀਆਂ ਨਿਊਕਲੀਅਰ ਫੋਰਸਿਸ ਅੰਦਰ ਨਹੀਂ ਵੜਨ ਦਿੱਤੀਆਂ, ਬਰਤਾਨੀਆ ਦੀ, ਸੋਵੀਅਤ ਰੂਸ ਦੀ ਤੇ ਇੰਡੀਆ ਦੀ। ਤੇ ਇਹਨਾਂ ਨੇ ਸਾਰੀ ਬੇਈਮਾਨੀ ਕੀਤੀ ਹੈ। ਤੇ 1996 ਦੇ ਵਿੱਚ ਜਿਹੜੀ ਮੋਗੇ ਦੀ ਰੈਲੀ ਕੀਤੀ ਬਾਦਲ ਸਾਹਿਬ ਨੇ, ਉੱਥੇ ਸਿੱਧਾ ਕਹਿਤਾ ਕਿ ਸਾਡਾ ਅਕਾਲੀ ਦਲ ਤਾਂ ਮੁੱਕ ਗਿਆ, ਹੁਣ ਇਹ ਤਾਂ ਪੰਜਾਬ ਪਾਰਟੀ ਹੈ ਤੇ BJP ਦੇ ਨਾਲ ਹੱਥ ਮਿਲਾ ਲਏ। ਹੁਣ ਜਿਹੜੇ ਕਿਸਾਨਾਂ ਦੇ ਬਿੱਲ ਪਾਸ ਕੀਤੇ ਆ, ਕਾਲੇ ਕਾਨੂੰਨ, ਇਹਨਾਂ ਦੀ ਸੁਖਬੀਰ ਸਿੰਘ ਤੇ ਸਰਦਾਰਨੀ ਸੁਖਬੀਰ ਸਿੰਘ ਦੀ ਵੋਟ ਤੇ ਢੀਂਡਸਾ ਸਾਹਿਬ ਦੀ ਵੋਟ, ਇਹ ਤਾਂ ਸਾਰੀ ਇਹ ਕਾਲੇ ਕਾਨੂੰਨਾਂ ਦੇ ਉੱਤੇ ਪਈ ਹੈ। ਸਹਿਮਤੀ ਨਾਲ ਇਹ ਕਾਲੇ ਕਾਨੂੰਨ ਕੀਤੇ ਗਏ ਆ। ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀਗਾ ਉਦੋਂ ਢੀਂਡਸਾ ਸਾਹਿਬ ਵਜ਼ੀਰ ਵੀ ਸੀਗੇ, ਸਾਡੇ ਕੋਲੇ ਜ਼ੋਰਾ ਸਿੰਘ ਮਾਨ ਸੀਗੇ MP, ਫਿਰ ਤਰਲੋਚਨ ਸਿੰਘ ਤੋੜ ਸੀਗੇ MP ਮੇਰੇ ਨਾਲ। ਮੈਂ ਇਹਨਾਂ ਨੂੰ ਜ਼ੋਰ ਲਾ ਕੇ ਕਹਿਤਾ ਕਿ ਪੋਟਾ ਬੜਾ ਜਾਬਰ ਕਾਨੂੰਨ ਹੈ ਜਿਹੜਾ BJP RSS ਪਾਸ ਕਰਾ ਰਹੀ ਹੈ ਤੇ ਤੁਸੀਂ ਵੋਟ ਨਾ ਪਾਇਓ। ਟੌੜਾ ਸਾਹਿਬ ਨੂੰ ਵੀ ਕਿਹਾ, ਪਰ ਉਹ ਕਹਿੰਦੇ ਕਿ ਅਸੀਂ ਕੀ ਕਰੀਏ ਜਦੋਂ ਬਾਦਲ ਸਾਹਿਬ ਦਾ ਹੁਕਮ ਹੈ ਕਿ ਵੋਟ ਤਾਂ ਆਪਾਂ ਨੇ BJP ਬੇਸ਼ੱਕ ਸਿੱਖਾਂ ਨੂੰ ਕਤਲੇਆਮ ਦਾ ਆਰਡਰ ਦੇ ਦੇ ਤੇ ਵੋਟ ਤਾਂ ਅਸੀਂ BJP RSS ਨੂੰ ਮਜਬੂਰਨ ਪਾਉਣੀ ਹੈ। ਹੁਣ ਇਹ ਸਾਰੇ ਨੱਠ ਗਏ ਆ BJP 'ਚ। ਹੁਣ ਸ਼ੱਕ ਕੀ ਰਹਿ ਗਿਆ? ਮਹਾਰਾਜ ਪਟਿਆਲਾ ਵੀ ਚਲੇ ਗਏ। ਆ ਜਿਹੜਾ ਸੋਢੀ ਸਾਹਿਬ ਸੀਗਾ ਗੁਰੂ ਹਰਸਾਏ ਦਾ, ਐਡਾ ਵੱਡਾ ਕਹਿੰਦੇ ਆ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਵੰਸ਼ ਦੇ ਵਿੱਚੋਂ ਹੈਗਾ, ਇਹ ਵੀ BJP 'ਚ ਚਲਿਆ ਗਿਆ। ਤੋ ਕੀ ਕਾਰਨ ਸਮਝਦੇ ਹੋ ਸਰ ਇਹ ਜਿਹੜੀ ਬੇਇੱਜ਼ਤੀ ਮੋਦੀ ਸਾਹਿਬ ਦੀ ਕਰਾਈ ਹੈ,
ਇਹਨਾਂ ਨੇ ਹੀ ਬਾਦਲ ਨੇ ਮਹਾਰਾਜਾ ਪਟਿਆਲੇ ਨੇ, ਸੋਢੀ ਨੇ, ਬਾਜਵੇ ਨੇ ਹੱਲਾਸ਼ੇਰੀ ਦਿੱਤੀ ਸੀ ਕਿ ਇੱਕ ਵਾਰੀ ਤੁਸੀਂ ਪੰਜਾਬ ਦਾ ਦੌਰਾ ਕਰੋ ਅਤੇ ਉੱਥੇ ਤਾਂ ਲੱਖਾਂ ਬੰਦੇ ਤੁਹਾਨੂੰ ਸੁਣਨ ਆਉਣਗੇ। ਹੁਣ ਇਹਨਾਂ ਨੂੰ ਵੀ ਪੁੱਛੋ ਕਿ ਤੁਸੀਂ ਕਿਉਂ ਗਲਤ ਉਹਨਾਂ ਨੂੰ ਰਾਏ ਦਿੱਤੀ। ਇਹ ਸਰ ਕੀ ਕਾਰਨ ਸਮਝਦੇ ਹੋ ਜਿਹੜਾ ਬੀਜੇਪੀ ਦੇ ਵਿੱਚ ਜਿਹੜੇ ਲੀਡਰ ਨੇ ਧੜਾ ਧੜ ਜਾ ਰਹੇ ਨੇ? ਇਹ ਤਾਂ ਜੀ ਭੁੱਖੇ ਹੈਗੇ ਹੈ। ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਮਾੜੇ ਕੰਮ ਕੀਤੇ ਹੈ ਅਤੇ ਬੀਜੇਪੀ ਇਹਨਾਂ ਨੂੰ ਬਚਾ ਸਕਦੀ ਹੈ। ਹੁਣ ਮਜੀਠੀਏ ਨੇ ਵੀ ਇਹ ਫੇਰ ਤੋਂ ਇੱਕ ਮੁਕੱਦਮਾ ਹਾਈ ਕੋਰਟ ਦੇ ਵਿੱਚ ਕੀਤਾ ਹੈ ਕਿ ਮੇਰਾ ਕੇਸ ਜਿਹੜਾ ਫੌਜਦਾਰੀ ਹੈ ਡਰੱਗਸ ਦੀ, ਉਸ ਨੂੰ ਰੱਦ ਕੀਤਾ ਜਾਵੇ। ਕਿਉਂ ਕਰਕੇ ਮਜੀਠੀਆ ਸਾਹਿਬ ਨੂੰ ਪੂਰਾ ਯਕੀਨ ਹੈ ਕਿ ਜਿਹੜੀ ਪੰਜਾਬ ਐਂਡ ਹਾਈ ਕੋਰਟ ਹੈ, ਇਹ ਜਿੰਨੇ ਵੀ ਬਾਦਲ ਦੇ, ਸਰਸੇ ਸਾਹਿਬ ਦੇ, ਪੁਲਿਸ ਦੇ ਖਿਲਾਫ ਮੁਕੱਦਮੇ ਹੁੰਦੇ ਹੈ, ਜਿਵੇਂ ਹੁਣ ਤਫਤੀਸ਼ ਹੈਗੀ ਹੈ ਬਰਗਾੜੀ 'ਤੇ ਜਿਹੜੀ ਬੇਅਦਬੀ ਹੋਈ ਹੈ, ਦੂਜੇ ਗੁਰਦੁਆਰਿਆਂ 'ਚ 328 ਸਰੂਪ SGPC ਜਿਹੜੀ ਬਾਦਲ ਦੇ ਹੇਠ ਚੱਲਦੀ ਹੈ, ਇਹ ਗੁੰਮ ਕਰਤੇ ਹੈ। ਅਤੇ ਇਹਨਾਂ ਦੇ ਵਿੱਚ ਤਾਂ 3 ਜੱਜ ਹੈਗੇ, ਇੱਕ ਸ਼ਕਾਵਤ ਸਾਹਿਬ ਹੈ, ਇੱਕ ਬਜਾਜ ਸਾਹਿਬ ਹੈਗੇ ਹੈ, ਇੱਕ ਸਾਗਵਾਨ ਸਾਹਿਬ ਹੈ। ਇਹਨਾਂ ਨੇ ਤਾਂ ਤਫਤੀਸ਼ ਹੀ ਰੋਕਤੀ ਹੈ ਕਿ ਅਗਲੀ ਸਰਕਾਰ ਅਗਲੇ ਸਾਲ ਆ ਕੇ ਕਰੂਗੀ। ਅਤੇ ਹੁਣ ਬੀਬੀ ਜੱਜ ਸਾਹਿਬ ਹੈਗੇ ਆ ਗਿੱਲ, ਉਹਨਾਂ ਨੇ ਮਜੀਠੀਏ ਨੂੰ ਵੀ ਜ਼ਮਾਨਤ ਦੇਤੀ ਹੈ, ਜਿਹਦਾ ਮਤਲਬ ਹੈ ਕਿ ਸਾਡੀ ਹਾਈ ਕੋਰਟ ਸਪੋਰਟ ਕਰ ਰਹੀ ਹੈ ਕਿ ਜਿਹੜਾ ਸੈਕਰੇਲੇਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਅਤੇ ਜਿਹੜੇ ਡਰੱਗਸ ਦਾ ਵਪਾਰ ਹੋ ਰਿਹਾ ਹੈ, ਉਹ ਜਾਇਜ਼ ਹੈ। ਸੋ ਜਦੋਂ ਹਾਈ ਕੋਰਟ ਉਹ ਸਾਰਾ ਸਿਲਸਿਲਾ ਇਹਨਾਂ ਜਰੈਮ ਪੇਸ਼ਾ ਲੋਕਾਂ ਦੇ ਨਾਲ ਮਿਲ ਜੇ ਅਤੇ ਫਿਰ ਇਨਸਾਫ ਤਾਂ ਹੁਣ ਲੋਕ ਦੇ ਸਕਦੇ ਹੈ। ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜੇ ਅਕਾਲੀ ਦਲ ਅੰਮ੍ਰਿਤਸਰ ਨੂੰ ਅੱਗੇ ਲਿਆਉਂਗੇ ਤਾਂ ਫਿਰ ਅਕਸਰ ਅਸੀਂ ਇਹ ਜ਼ੁਲਮ ਦੇ ਖਿਲਾਫ ਟਾਕਰਾ ਤਾਂ ਲੈ ਸਕਦੇ ਹਾਂ। ਇਹ ਤਾਂ ਬਿਲਕੁਲ ਟਾਕਰਾ ਤਾਂ ਕੀ ਲੈਣਾ, ਇਹ ਤਾਂ ਮੁਲਜ਼ਮ ਹੈ ਕਿ ਇਹ ਸਾਰੀਆਂ ਚੀਜ਼ਾਂ ਦੇ। ਇਹ ਬਾਦਲ ਦਰੀਏ, ਮਜੀਠੀਏ, ਕਾਂਗਰਸ ਵਾਲਿਆਂ ਨੇ ਸਹੁੰ ਚੱਕੀ ਸੀ ਮਹਾਰਾਜਾ ਪਟਿਆਲੇ ਨੇ ਕਿ ਜੇ ਮੈਂ ਸਰਕਾਰ ਬਣਾ ਦੂੰਗਾ ਅਤੇ ਇਹ ਮੈਂ ਜਿੰਨੇ ਵੀ ਆਹ ਡਰੱਗਸ ਦਾ, ਫੀਮ ਦਾ, ਪੋਸਟ ਦਾ, ਚਿੱਟੇ ਦਾ ਵਪਾਰ ਕਰਦੇ ਫੜ ਲੂੰਗਾ ਅਤੇ ਜਿਨ੍ਹਾਂ ਨੇ ਬੇਅਦਬੀ ਗੁਰੂ ਮਹਾਰਾਜ ਦੀ ਕੀਤੀ ਆ ਉਹਨਾਂ ਨੂੰ ਵੀ ਫੜ ਲੂੰਗਾ। ਉਹਨਾਂ ਨੇ 5 ਸਾਲ ਤਾਂ ਕੁਛ ਕੀਤੇ ਨਹੀਂ। ਬਾਅਦ ਦੇ ਵਿੱਚ ਥੋੜ੍ਹੀ ਬਹੁਤੀ ਕੋਸ਼ਿਸ਼ ਅਗਲੀ ਚੰਨੀ ਸਾਹਿਬ ਨੇ ਕੀਤੀ ਹੈ, ਪਰ ਮੇਰਾ ਮਤਲਬ ਫਿਰ ਹਾਈ ਕੋਰਟ ਨੇ ਉਹਨਾਂ ਨੂੰ ਅੱਗੇ ਚੱਲਣ ਦੀ ਇਜਾਜ਼ਤ ਨਹੀਂ ਦੇਤੀ। ਜਿਹੜੇ ਮੁਲਜ਼ਮ ਹੈਗੇ ਆ ਉਹਨਾਂ ਨੂੰ ਇੱਕਦਮ ਜ਼ਮਾਨਤਾਂ ਦੇ ਦਿੰਦੇ ਆ, ਜਾਂ ਉਹਨਾਂ ਦੇ ਖਿਲਾਫ ਜਿਹੜੇ ਮੁਕੱਦਮੇ FIR ਦਰਜ ਹੈ ਉਹ ਰੱਦ ਕਰ ਦਿੰਦੇ ਆ, ਜਾਂ ਕਹਿ ਦਿੰਦੇ ਆ ਕਿ ਹੁਣ ਜਿਹੜੀ ਅਗਲੀ ਸਰਕਾਰ ਆਊਗੀ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਉਹ ਫਿਰ ਫੈਸਲਾ ਕਰੂਗੀ। ਦੱਸੋ ਇਹੋ ਜਿਹੀ ਹਾਈ ਕੋਰਟ, ਸਾਨੂੰ ਸ਼ਰਮ ਆਉਂਦੀ ਹੈ ਕਿ ਇਹ ਸਾਡੀ ਹਾਈ ਕੋਰਟ ਹੈ। ਇੱਦੋਂ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਅਸਲੀ ਸਾਡੀ ਹਾਈ ਕੋਰਟ ਹੈ, ਲਾਹੌਰ ਹਾਈ ਕੋਰਟ, ਉਹਦੇ 'ਚ ਜਾਈਏ ਤਾਂ ਸਾਨੂੰ ਇਨਸਾਫ ਮਿਲ ਸਕਦਾ ਹੈ, ਪਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਸਾਨੂੰ ਇਨਸਾਫ ਨਹੀਂ ਮਿਲ ਸਕਦਾ ਹੈਗਾ। ਇੱਕ ਸਰ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਉੱਭਰ ਰਹੀ ਆ, ਉਹ ਕਹਿ ਰਹੇ ਨੇ ਕਿ ਅਸੀਂ ਇੱਕ ਵਧੀਆ ਪ੍ਰਸ਼ਾਸਨ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ। ਕੀ ਕਹਿਣਾ ਚਾਹੁੰਦੇ? ਦੇਖੋ, ਕੇਜਰੀ ਸਾਹਿਬ ਹਿੰਦੂਤਵਾ BJP RSS ਦੇ ਮੈਂਬਰ ਹੈਗੇ ਹੈ ਅਤੇ ਉਹਨਾਂ ਦੀ ਵਜ਼ਾਰਤ ਦੇ ਵਿੱਚ ਕੋਈ ਵੀ ਸਿੱਖ ਕੈਬਨਿਟ ਦੇ ਵਿੱਚ ਵਜ਼ੀਰ ਨਹੀਂ ਹੈਗਾ। ਫਿਰ 1984 ਦੇ ਵਿੱਚ ਜੋ ਰਾਜੀਵ ਗਾਂਧੀ ਨੇ ਕਤਲੇਆਮ ਕਰਵਾਈ ਉਹਦਾ ਕਮਿਸ਼ਨ ਨਹੀਂ ਬਿਠਾਉਂਦੇ ਹੈਗੇ, ਅਤੇ ਫਿਰ 4 ਵਾਰੀ ਉਹਨਾਂ ਦੇ ਕੋਲੇ ਫਾਈਲ ਪੁੱਟ ਅਪ ਹੋਇਆ ਕਿ ਜਿਹੜੇ ਭੁੱਲਰ ਸਾਹਿਬ ਨੂੰ ਫਾਂਸੀ ਮਿਲੀ ਹੈ ਇਸ ਦੀ ਰਿਹਾਈ ਕੀਤੀ ਜਾਵੇ। ਅਤੇ 4 ਵਾਰੀ केजरीवाल साहब ने कहा है कि ऐसा काम हम नहीं करेंगे क्यों करके ये लोग बहुत ख़राब होते हैं, ये सिख लोग। सो मेरा मतलब है कि उन्होंने पंजाब दे विच लैके आवांगे। भगवंत मान जी ठीक है, पर भगवंत दे के सिख सिंह नहीं लाउंदे, दाढ़ी कुतर के रखते है, केस उन्होंने कुतरे हुए है,
ਤੇ ਪੰਜਾਬ ਦਾ ਚੀਫ ਮਿਨਿਸਟਰ ਕਿਵੇਂ ਬਣ ਸਕਦੇ ਆ ਇੱਥੇ, ਹੈ ਨਾ। ਉਹ ਕੀ ਸਿੱਖ ਕੌਮ ਤੇ ਪੰਜਾਬ ਦੀ ਗੱਲ ਕਰਨਗੇ ਜਦੋਂ ਕੇਜਰੀਵਾਲ ਕਹਿੰਦਾ ਪਾਣੀ ਸਾਰੇ ਮੈਂ ਦਿੱਲੀ ਨੂੰ ਲੈ ਜਾਣੀ ਹੈ। ਪਰ ਜਿਹੜਾ ਇੰਟਰਨੈਸ਼ਨਲ ਰਿਪੇਰੀਅਨ ਕਾਨੂੰਨ ਹੈ ਉਹ ਤੇ ਸਾਡਾ ਸੰਵਿਧਾਨ ਕਹਿੰਦਾ ਹੈ ਕਿ ਦਰਿਆਵਾਂ ਦੇ ਪਾਣੀ ਉਹ ਸੂਬੇ ਦੇ ਹੈ ਜਿਨ੍ਹਾਂ ਦੇ ਵਿੱਚੋਂ ਇਹ ਵਹਿੰਦੇ ਹੈ। ਅਤੇ ਜਦੋਂ 3 ਸਾਡੇ ਦਰਿਆ ਬਿਆਸ, ਸਤਲੁਜ ਅਤੇ ਰਾਵੀ ਸਾਡੇ ਸੂਬੇ 'ਚੋਂ ਵਗਦੇ ਹੈ ਤਾਂ ਫਿਰ ਦਰਿਆਵਾਂ ਦਾ ਪਾਣੀ ਉੱਧਰ ਲੈ ਜਾਣਾ, ਰਾਜਸਥਾਨ ਨੂੰ ਸਾਡੇ ਚੀਫ ਮਿਨਿਸਟਰ ਨੇ ਦੇਤਾ, ਹਰਿਆਣੇ ਨੂੰ ਦੇਤਾ। ਸਾਡੇ ਕੋਲ ਤਾਂ ਪਾਣੀ ਹੈ ਨਹੀਂ। ਸਾਡੀ ਸਰਕਾਰ ਆਊਗੀ, ਅਸੀਂ ਪਾਣੀ ਪਹਿਲਾਂ ਪੰਜਾਬ ਦਾ ਦੇਵਾਂਗੇ, ਸਾਰੇ ਖੇਤਾਂ ਨੂੰ ਨਹਿਰ ਦਾ ਪਾਣੀ ਦੇਣਾ ਕਰ ਦਾਂਗੇ ਅਤੇ ਟਿਊਬਵੈੱਲ ਜਦੋਂ ਕਿਸੇ ਦੀ ਲੋੜ ਪਏ ਚਲਾ ਲਵੇ, ਬਿਜਲੀ ਵਾਧੂ ਹੋ ਜੂਗੀ, ਲੋਕੀ ਕਾਰਖਾਨੇ ਲਾਉਣਗੇ, 24 ਘੰਟੇ ਬਿਜਲੀ ਆਊਗੀ। ਅਤੇ ਕਾਨੂੰਨੀ ਤੌਰ 'ਤੇ ਕਰਾਂਗੇ, ਸੰਵਿਧਾਨਕ ਤੌਰ 'ਤੇ ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਕ। ਐਵੇਂ ਨਹੀਂ ਮੈਂ ਫੋਕੀ ਗੱਲ ਕਰ ਰਿਹਾ, ਇਹ ਕਰਾਂਗੇ ਕਾਨੂੰਨ ਦੇ ਮੁਤਾਬਕ, ਬੇਸ਼ੱਕ ਕੁਛ ਹੋ ਜੇ। ਸੋ ਇਹ ਕਰਕੇ ਦੇਵਾਂਗੇ ਪਾਣੀਆਂ ਦਾ ਫੈਸਲਾ। ਇੱਕ ਸਰ, ਤੁਸੀਂ ਸਰਹੱਦਾਂ ਖੋਲ੍ਹਣ ਦੀ ਗੱਲ ਕਰਦੇ ਹੋ ਕਿ ਪਾਕਿਸਤਾਨ ਨਾਲ ਸਾਡਾ ਜਿਹੜਾ ਵਪਾਰ ਦਾ ਜਿਹੜਾ ਹੋਊਗਾ, ਸਾਡਾ ਵਪਾਰ ਅਤੇ ਬਾਰਡਰ ਖੁੱਲ੍ਹਣੇ ਚਾਹੀਦੇ ਹੈ। ਰੋਜ਼ ਆਪਾਂ ਸਿੱਖ ਅਰਦਾਸ ਕਰਦੇ ਹਾਂ, ਜਿਹੜੇ ਗੁਰਦੁਆਰੇ ਪਾਕਿਸਤਾਨ 'ਚ ਰਹਿ ਗਏ ਉਹਨਾਂ ਦੇ ਦਰਸ਼ਨ ਦੀਦਾਰ ਮਹਾਰਾਜ ਸੱਚੇ ਪਾਤਸ਼ਾਹ ਕਰਾਉਣ। ਫਿਰ ਇਹ ਲੀਡਰ ਬੋਲਦੇ ਕਿਉਂ ਨੇ? ਸਾਡੇ ਜਥੇਦਾਰ ਰੋਜ਼ ਅਰਦਾਸ ਕਰਦੇ ਹੈ ਅਤੇ ਇਹਨਾਂ ਨੇ ਕਦੇ ਕਿਹਾ ਕਿ ਇਹ ਅਰਦਾਸ ਦੇ ਵਿੱਚ ਸਾਨੂੰ ਇਹ ਹੁਕਮ ਆਉਂਦਾ ਹੈ ਜਾਂ ਅਸੀਂ ਇਹ ਮੰਗਦੇ ਹਾਂ ਵਾਹਿਗੁਰੂ ਤੋਂ ਕਿ ਬਾਰਡਰ ਖੁੱਲ੍ਹਣ, ਦਰਸ਼ਨ ਦੀਦਾਰ ਅਸੀਂ ਗੁਰਦੁਆਰੇ ਦੇ ਕਰੀਏ। ਦੂਜੀ ਗੱਲ ਹੈ, ਵਪਾਰ ਸਾਡਾ ਸ਼ੁਰੂ ਹੋਊਗਾ ਅਤੇ ਕਿਸਾਨਾਂ ਨੇ ਮੋਰਚਾ ਤਾਂ 3 ਕਾਨੂੰਨਾਂ ਦਾ ਜਿੱਤ ਲਿਆ, ਪਰ ਜਿੱਤਿਆ ਤਾਂ ਜਾਊਗਾ ਜੇ ਬਾਰਡਰ ਖੁੱਲ੍ਹਣਗੇ। ਹੁਣ ਪਾਕਿਸਤਾਨ ਦੇ ਵਿੱਚ ਕਣਕ ਦੀ ਤੋਟ ਆਈ ਹੋਈ ਹੈ, ਸਾਡਾ ਵੱਟ ਨਾਲ ਵੱਟ ਲੱਗਦੀ ਹੈ ਪਾਕਿਸਤਾਨ ਦੇ ਨਾਲ, ਅਤੇ ਅਸੀਂ ਕਿਉਂ ਨਹੀਂ ਕਾਨੂੰਨ ਉੱਥੇ ਕਣਕ ਭੇਜ ਸਕਦੇ? ਪਾਕਿਸਤਾਨ ਹੁਣ ਰੂਸ ਤੋਂ ਕਣਕ ਮੰਗਾ ਰਿਹਾ ਹੈ ਅਤੇ ਜਿਹੜੀ ਬਾਸਮਤੀ ਹੈ ਉਹ ਆਪਾਂ ਲਾ ਤਾਂ ਲੈਂਦੇ ਹੈ, ਸਮਝਦੇ ਹੈ ਕਿ ਇਹਦੇ ਭਾਅ ਚੰਗੇ 5000 ਜਾਂ 5,500 ਕੁਇੰਟਲ ਵਿਕਣਗੇ, ਪਰ ਉਹ 3500 ਤੋਂ ਜ਼ਿਆਦਾ ਵੱਧਦੇ ਨਹੀਂ। ਅਤੇ ਜੇ ਆਪਾਂ ਬਾਰਡਰ ਟੱਪ ਜਾਈਏ, ਇਰਾਨ ਦੇ ਵਿੱਚ ਇਹਦੀ ਕੀਮਤ 8-9 ਹਜ਼ਾਰ ਰੁਪਈਆ ਕੁਇੰਟਲ ਹੈ ਬਾਸਮਤੀ ਦੀ। ਸਾਡੇ ਜਿਹੜੇ ਬੱਚੇ ਹੈ ਉਹ ਵੀ ਆਰੇ ਲੱਗਣਗੇ, ਕਿਉਂ ਕਰਕੇ ਉਹਨਾਂ ਦੇ ਖੂਨ 'ਚ, ਸਾਡੇ ਖੂਨ 'ਚ ਤਾਂ ਖੇਤੀਬਾੜੀ ਹੈ, ਇੱਕ ਕਿਸਾਨ ਮਜ਼ਦੂਰੀ ਹੈ, ਇੱਕ ਟਰਾਂਸਪੋਰਟ ਹੈ, ਇੱਕ ਵਪਾਰ ਹੈ। ਸਾਡੇ ਹਿੰਦੂ ਲਾਲੇ ਬਾਣੀਏ ਉਹ ਵੀ ਖੁਸ਼ਹਾਲ ਹੋ ਜਾਣਗੇ, ਸਿੱਖ ਆਪਣੇ ਆਰੇ ਲੱਗਣਗੇ, ਇੱਥੇ ਫਲਣਗੇ, ਰੂਸ ਤੱਕ ਜਾਣਗੇ, ਚੀਨ ਤੱਕ ਜਾਣਗੇ, ਮੈਡੀਟਰੇਨੀਅਨ ਸੀ ਤੱਕ ਜਾਣਗੇ, ਅਤੇ ਇੱਥੇ ਕਮੀ ਕਾਹਦੀ ਰਹਿ ਜੂਗੀ ਫਿਰ? ਪਰ ਕਿਉਂ ਕਰਕੇ ਅਸੀਂ ਸਿੱਖ ਹੈ, ਅਸੀਂ ਦਬਲੇ ਕੁਚਲੇ ਹੈ ਅਤੇ ਸਾਡੀ ਗੱਲ ਸੁਣੀ ਨਹੀਂ ਜਾਂਦੀ। ਅਤੇ ਦੂਸਰੀ ਗੱਲ ਹੈ ਕਿ ਜਿਹੜਾ ਨਿਊਕਲੀਅਰ ਵੈਪਨਸ ਨੇ, ਇਹਦੇ ਤੋਂ ਸਿੱਖਾਂ ਨੂੰ ਅਤੇ ਪੰਜਾਬੀਆਂ ਨੂੰ ਬਹੁਤ ਡਰ ਹੈ, ਕਿਉਂ ਕਰਕੇ ਅਸੀਂ ਘਿਰੇ ਹੋਏ ਹੈ ਪਾਕਿਸਤਾਨ ਇਸਲਾਮਿਕ ਮੁਲਕ ਦੇ ਨਾਲ, ਜਿਹਦੇ ਕੋਲੇ ਨਿਊਕਲੀਅਰ ਹਥਿਆਰ ਹੈਗੇ ਹੈ, ਕਾਮਰੇਡ ਚੀਨ ਹੈ ਜਿਹਦੇ ਕੋਲੇ ਪਰਮਾਣੂ ਹਥਿਆਰ ਹੈ, ਹਿੰਦੂ ਇੰਡੀਆ ਹੈ ਜਿਹਦੇ ਕੋਲੇ ਪਰਮਾਣੂ ਹਥਿਆਰ ਹੈ। ਅਤੇ ਜੇ ਇਹਨਾਂ ਦੇ ਵਿੱਚ ਜੰਗ ਲੱਗ ਗਿਆ, ਜਿਹੜਾ ਇਹਨਾਂ ਦਾ ਇੱਟ ਕੁੱਤੇ ਦਾ ਵੈਰ ਹੈ, ਅਤੇ ਮੈਦਾਨੀ ਜੰਗ ਤਾਂ ਪੰਜਾਬ ਅਤੇ ਸਿੱਖ ਅਤੇ ਪੰਜਾਬੀ ਜਿਹੜੀਆਂ ਟੈਰੀਟਰੀਜ਼ ਨੇ, ਇਲਾਕੇ ਕਸ਼ਮੀਰ, ਲੱਦਾਖ, ਹਿਮਾਚਲ, ਹਰਿਆਣਾ, ਰਾਜਸਥਾਨ, ਕੱਛ, ਇਹ ਤਾਂ ਮੈਦਾਨੀ ਜੰਗ ਬਣ ਜਾਣਗੇ। ਸਾਡਾ ਤਾਂ ਬੀਜ ਪੰਜਾਬੀਆਂ ਦਾ, ਸਿੱਖਾਂ ਦਾ ਨਾਸ ਕੀਤਾ ਜਾਊਗਾ। ਸੋ ਇਹਦੇ 'ਤੇ UN ਸਿਕਿਉਰਿਟੀ ਨੂੰ ਖਿਆਲ ਰੱਖਣਾ ਚਾਹੀਦਾ ਹੈ। ਇੱਕ ਤਾਂ ਜੇ ਸਿੱਖ ਸਟੇਟ ਬਣਾ ਦਿੰਦੇ ਹੈ, ਫਿਰ ਹਮੇਸ਼ਾ ਲਈ ਦੱਖਣ ਏਸ਼ੀਆ ਦੇ ਵਿੱਚ ਅਮਨ ਰਹੂਗਾ, ਅਮਨ ਅਤੇ ਚੈਨ ਦੀ ਬਾਂਸਰੀ ਵੱਜੂਗੀ, ਅਤੇ ਬਿਲਕੁਲ ਅਸੀਂ ਆਰਾਮ ਨਾਲ ਰਹਾਂਗੇ, ਸਾਨੂੰ ਕੋਈ ਡਰ ਹੀ ਨਹੀਂ ਹੋਊਗਾ ਨਿਊਕਲੀਅਰ ਵਾਰ ਦਾ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਅੱਜ ਤੁਹਾਡੇ ਪਿੰਡ ਮਾਨ ਸਾਹਿਬ ਆਏ ਨੇ, ਕਿਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਜਿਹੜਾ ਹੈਗਾ? ਲੋਕਾਂ ਦੇ ਵਿੱਚ ਪੂਰਨ ਉਤਸ਼ਾਹ ਹੈ। ਸਾਰੀਆਂ ਪਾਰਟੀਆਂ ਤੋਂ ਲੋਕ ਅੱਕ ਚੁੱਕੇ ਨੇ, ਕਿਉਂਕਿ ਇੱਕ ਸੱਚੇ ਸੁੱਚੇ ਲੀਡਰ ਦੀ ਜਨਤਾ ਨੂੰ ਭਾਲ ਹੈ। ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਰੂਪ ਵਿੱਚੋਂ ਸਾਨੂੰ ਮਿਲ ਚੁੱਕਾ ਹੈ। ਸਾਡੇ ਪਿੰਡ ਵਿੱਚ, ਪੂਰੇ ਇਲਾਕੇ ਦੇ ਵਿੱਚ ਪੂਰਾ ਉਤਸ਼ਾਹ ਹੈ ਕਿ ਮਾਨ ਨੂੰ ਬਹੁਮਤ ਨਾਲ ਜਿਤਾਵਾਂਗੇ।